न्यूज़ TV84 ब्रेक तो बाद भी ਅਸੀਂ डॉक्टर गुरदीप सिंह जगबीर जी ਨਾਲ अपना सवाल सिलसिला जारी रखते हैं। जी डॉक्टर साहब, ब्रेक तो पहले ਅਸੀਂ ਗੱਲ ਕਰ ਰਹੇ ਸੀ ਸਿੱਖੀ ਪ੍ਰਚਾਰ ਦੀ ਤੇ ਅਸੀਂ ਜਾਣਨਾ ਚਾਹਾਂਗੇ ਯੂਥ ਕੈਂਪਾਂ ਦੀ ਸਿੱਖੀ ਪ੍ਰਚਾਰ ਵਿੱਚ ਕਿੰਨੀ ਕੁ ਦੇਣ ਹੈ, ਇਸ ਬਾਰੇ ਦੱਸੋ। ਇੱਕ ਵਾਰੀ ਫੇਰ ਤੁਹਾਡੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਯੂਥ ਕੈਂਪਾਂ ਦੀ ਜਿਹੜੀ ਦੇਣ ਹੈ ਉਹ ਤਾਂ ਬਹੁਤ ਜ਼ਿਆਦਾ ਹੈ। ਹਾਂਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਖਾਸ ਕਰਕੇ ਜਿਹੜੇ ਸਾਡੇ ਬੱਚੇ ਹੈ ਨਾ ਉਹ ਸਿੱਖੀ ਨੂੰ ਜਾਣਨਾ ਵੀ ਚਾਹੁੰਦੇ ਹੈ, ਪਰ ਇੱਥੇ ਵੀ ਫਿਰ ਇੱਕ ਹੋਰ ਸਮੱਸਿਆ ਆ ਜਾਂਦੀ ਹੈ ਕਿ ਜਿਸ ਤਰ੍ਹਾਂ ਮੈਂ ਆਪ ਜੀ ਨੂੰ ਹੁਣੇ ਬੇਨਤੀ ਕਰਕੇ ਹਟਿਆ ਕਿ ਕੌਮ ਜਿਹੜੀ ਹੈ ਨਾ ਉਹ ਵੰਡੀ ਹੋਈ ਹੈ। ਅੱਛਾ, ਹੁਣ ਜਿਹੜੀ ਵੰਡੀ ਹੋਈ ਕੌਮ ਹੈ ਨਾ ਉਹਦੇ ਵਿੱਚ ਹੁਣ ਮੈਨੂੰ ਮਾਫੀ ਦਿਓ ਜੇ ਕਿ ਹਰ ਬੰਦਾ ਆਪਣੇ ਆਪਣੇ ਸਿਧਾਂਤ ਬਣਾ ਬੈਠਾ ਹੈ। ਹਰ ਬੰਦੇ ਦੀਆਂ ਜਿਹੜੀਆਂ ਸਾਡੀਆਂ ਮਾਫੀ ਚਾਹਾਂਗਾ ਜਿਹੜੀਆਂ ਸਾਡੀਆਂ ਪਰੰਪਰਾਵਾਂ ਨੇ ਜਾਂ ਸਾਡੇ ਜਿਹੜੇ ਰਹਿਤ ਮਰਿਆਦਾਵਾਂ ਨੇ, ਅਸੀਂ ਇੱਕ ਰਹਿਤ ਮਰਿਆਦਾ ਨੂੰ ਵੀ ਨਹੀਂ ਹਲੇ ਫਿਲਹਾਲ ਅਪਣਾ ਸਕੇ। ਇਹ ਵੀ ਸਾਡੀ ਕੌਮ ਦੀ ਇੱਕ ਬਹੁਤ ਵੱਡੀ ਇਹਨੂੰ ਆਪਾਂ ਤਰਾਸਦੀ ਕਹਾਂਗੇ, ਟ੍ਰੈਜਡੀ ਕਹਾਂਗੇ। ਹੁਣ ਹੁੰਦਾ ਕੀ ਹੈ ਕਿ ਜਿਹੜੇ ਕੈਂਪ ਮੈਂ ਲਾਣਾ, ਮੈਂ ਚਾਹੁੰਦਾ ਕਿ ਜਿਹਨੂੰ ਮੈਂ ਫੋਲੋ ਕਰਦਾ ਉਸ ਹਿਸਾਬ ਨਾਲ ਹੀ ਜਿਹੜੇ ਸਾਡੀ ਸਿੱਖ ਕੌਮ ਦੇ ਬੱਚੇ ਹੈ ਉਸੇ ਮਰਿਆਦਾ ਨੂੰ ਫੋਲੋ ਕਰਨ। ਤੇ ਜੇ ਤੁਸੀਂ ਕੈਂਪ ਲਾਉਂਦੇ ਹੋ ਤੇ ਤੁਸੀਂ ਚਾਹੁੰਦੇ ਹੋ ਕਿ ਜਿਹੜੇ ਬੱਚੇ ਨੇ ਉਹ ਤੁਹਾਡੀ ਮਰਿਆਦਾ ਨੂੰ, ਇਸ ਕਰਕੇ ਬੱਚਿਆਂ ਦੇ ਵਿੱਚ ਬਜਾਏ ਸਿੱਖੀ ਦੇ ਇੱਕ ਆਪਾਂ ਕਨਫਿਊਜ਼ਨ ਫੈਲਾ ਰਹੇ ਹਾਂ। ਹੁਣ ਬੱਚਾ ਅਰਦਾਸ ਕਰਦਾ ਹੈ, ਮਤਲਬ ਹੁਣ ਸਾਡੇ ਸੋ ਕੋਲਡ ਕਈ ਗੁਰਦੁਆਰਾ ਸਾਹਿਬਾਨ ਐਸੇ ਨੇ ਅੱਜ ਅਰਦਾਸ ਵੀ ਦੋ ਤਰੀਕੇ ਦੀ ਹੋ ਰਹੀ ਹੈ। ਜਿਸ ਤਰ੍ਹਾਂ ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ ਕਿ ਕੁਝ ਨਾਨਕਸਰ ਦੇ ਗੁਰਦੁਆਰਾ ਸਾਹਿਬਾਨ ਐਸੇ ਨੇ ਜਿੱਥੇ ਅਰਦਾਸ ਕੀਤੀ ਜਾਂਦੀ ਜਾਕਾ ਹਿਰਦਾ ਸ਼ੁੱਧ ਹੈ ਖੋਜ ਸ਼ਬਦ ਮਿਲੇ। ਗੁਰਦੁਆਰੇ ਵਿੱਚ ਅਰਦਾਸ ਕੀਤੀ ਜਾਂਦੀ ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮਿਲੇ। ਹੁਣ ਬੱਚਾ ਮੈਨੂੰ ਸਵਾਲ ਕਰਦਾ ਹੈ ਕਿ ਜੀ ਮੈਂ ਕਿਹਨੂੰ ਫੋਲੋ ਕਰਾਂ। ਬੱਚੇ ਵਿੱਚ ਆਪਾਂ ਇੱਕ ਕਨਫਿਊਜ਼ਨ ਕ੍ਰੀਏਟ ਕਰ ਰਹੇ ਹਾਂ, ਇੱਕ ਕਨਫਿਊਜ਼ਨ ਫੈਲਾ ਰਹੇ ਹਾਂ। ਹੁਣ ਹੁੰਦਾ ਕੀ ਹੈ, ਜਿੰਨੀ ਦੇਰ ਤੱਕ ਅਸੀਂ ਇੱਕ ਰਿਆਤ ਮਰਿਆਦਾ ਨੂੰ ਨਹੀਂ ਫੋਲੋ ਕਰਾਂਗੇ, ਨਹੀਂ ਚੱਲਾਂਗੇ, ਉਨੀ ਦੇਰ ਤੱਕ ਜਾਂ ਫਿਰ ਜਿਹੜੀਆਂ ਸਾਡੀਆਂ ਹੋਰ ਹੁਣ ਕੁਝ ਕਹਿੰਦੇ ਨੇ ਕਿ ਦਸਮ ਗ੍ਰੰਥ ਦੀ ਬਾਣੀ ਜਿਹੜੀ ਹੈ ਉਹ ਸਤਿਗੁਰੂ ਦੀ ਹੈ, ਕੁਝ ਕਹਿੰਦੇ ਸਤਿਗੁਰੂ ਦੀ ਨਹੀਂ ਹੈ। ਮੈਂ ਮਿਸਾਲ ਦੇ ਰਿਹਾ, ਮੈਂ ਇੱਥੇ ਇੱਕ ਕੰਟਰੋਵਰਸੀ ਨਹੀਂ ਕ੍ਰੀਏਟ ਕਰ ਰਿਹਾ, ਪਰ ਕਨਫਿਊਜ਼ਨ ਤਾਂ ਬੱਚਿਆਂ ਦੇ ਵਿੱਚ ਫੈਲ ਰਹੀ ਹੈ ਨਾ। ਬੱਚਾ ਕਹਿੰਦਾ ਮੈਂ ਕਿਹਨੂੰ ਫੋਲੋ ਕਰਾਂ, ਔਰ ਫਿਰ ਇੱਥੋਂ ਤੱਕ ਕਿ ਇਹ ਕਨਫਿਊਜ਼ਨ ਸੰਗਤਾਂ ਦੇ ਵਿੱਚ ਵੀ ਪੈ ਰਹੀ ਹੈ ਕਿ ਉਹ ਕਹਿੰਦੇ ਜੀ ਇੱਕ ਪ੍ਰਚਾਰਕ ਤਾਂ ਆਹ ਕਹਿ ਕੇ ਗਿਆ, ਦੂਜਾ ਪ੍ਰਚਾਰਕ ਆਹ ਕਹਿੰਦਾ, ਇੱਕ ਪ੍ਰਚਾਰਕ ਨੇ ਦਾ ਇਹਦਾ ਆਹ ਮਤਲਬ ਕੀਤਾ, ਦੂਜਾ ਪ੍ਰਚਾਰਕ ਦਾ ਆਹ ਮਤਲਬ ਕਰ ਰਿਹਾ। ਇਸ ਤਰੀਕੇ ਦੇ ਨਾਲ ਕੈਂਪ ਸਾਡੇ ਸਫਲ ਹੋ ਸਕਦੇ ਨੇ, ਹੋਰ ਵੀ ਹੋ ਸਕਦੇ ਨੇ, ਜੇ ਘੱਟੋ ਘੱਟ ਅਸੀਂ ਇੱਕ ਮਰਿਆਦਾ ਨੂੰ ਫੋਲੋ ਕਰੀਏ। ਫੋਲੋ ਤਾਂ ਅਸੀਂ ਮਰਿਆਦਾ ਨੂੰ ਕਰ ਨਹੀਂ ਰਹੇ, ਟੂ ਬੀ ਵੈਰੀ ਫਰੈਂਕ। ਹਰ ਕੋਈ ਆਪੋ ਆਪਣੀ ਮਰਿਆਦਾ ਬਣਾ ਕੇ ਬੈਠ ਗਿਆ। ਹੁਣ ਹਰ ਕੋਈ ਜਿਹੜਾ ਆਪਣੀ ਮਰਿਆਦਾ ਬਣਾ ਕੇ ਬੈਠ ਗਿਆ, ਮੇਰੀ ਜਿਹੜੀ ਮਰਿਆਦਾ ਮੈਂ ਚਾਹੁੰਦਾ ਕਿ ਤੁਸੀਂ ਮੈਨੂੰ ਫੋਲੋ ਕਰੋ, ਤੁਹਾਡੀ ਜਿਹੜੀ ਮਰਿਆਦਾ ਤੁਸੀਂ ਕਹਿੰਦੇ ਹੋ ਬੱਚੇ ਉਹਨੂੰ ਫੋਲੋ ਕਰਨ। ਬੱਚਿਆਂ ਵਿੱਚ ਵੀ ਕਨਫਿਊਜ਼ਨ ਹੈ, ਸੰਗਤਾਂ ਵਿੱਚ ਵੀ ਕਨਫਿਊਜ਼ਨ ਹੈ, ਔਰ ਹਰ ਪਾਸੋਂ ਇੱਕ ਕਨਫਿਊਜ਼ਨ ਫੈਲ ਗਈ ਹੈ। ਇੱਕ ਐਸੀ ਦੁਚਿੱਤੀ ਵਾਲੇ ਮੋੜ ਤੇ ਲਿਆ ਕੇ ਅਸੀਂ ਕੌਮ ਨੂੰ ਖੜਾ ਕਰ ਦਿੱਤਾ ਹੈ ਜਿੱਥੇ ਕਿ ਆਉਣ ਵਾਲੇ ਵਕਤ ਦੇ ਵਿੱਚ ਇਹ ਸਮਾਂ ਜਿਹੜਾ ਮਤਲਬ ਇਸ ਪੱਖੋਂ ਪ੍ਰਚਾਰ ਦੇ ਪੱਖੋਂ ਵੀ ਸਿੱਖੀ ਅਪਨਾਉਣ ਦੇ ਪੱਖੋਂ ਵੀ ਇੱਕ ਘਾਤਕ ਜਿਹਾ ਹੁੰਦਾ ਜਾ ਰਿਹਾ ਹੈ। ਔਰ ਉਸ ਤੋਂ ਬਾਅਦ ਸਾਡੇ ਜਿਹੜੇ ਸੋ ਕਾਲਡ ਲੀਡਰ ਸਾਹਿਬਾਨ ਨੇ ਉਹਨਾਂ ਨੇ ਆਪਸ ਦੇ ਵਿੱਚ ਲੜ ਕੇ ਹੋਰ ਹੀ ਜਿਹੜੀ ਪਿਕਚਰ ਹੈ ਉਹਨੂੰ ਧੁੰਦਲਾ ਕਰ ਦਿੱਤਾ। ਤਾਂ ਹਰ ਪੱਖੋਂ ਹੀ ਇੱਕ ਕਨਫਿਊਜ਼ਨ ਹੈ। ਕੈਂਪ ਲੱਗਦੇ ਨੇ ਲੇਕਿਨ ਮੇਰੀ ਜਾਚ ਕੈਂਪ ਕਨਫਿਊਜ਼ਨ ਹੀ ਫੈਲਾ ਰਹੇ ਨੇ। ਸਫਲਤਾ ਸਾਨੂੰ ਇਸ ਕਰਕੇ ਨਹੀਂ ਮਿਲ ਰਹੀ ਜਿੰਨੀ ਦੇਰ ਤੱਕ ਅਸੀਂ ਇਸ ਕਨਫਿਊਜ਼ਨ ਨੂੰ ਖੁਦ ਨਹੀਂ ਖਤਮ ਕਰਦੇ, ਇੱਕ ਮਰਿਆਦਾ ਨੂੰ ਫੋਲੋ ਨਹੀਂ ਕਰਦੇ, ਇੱਕ ਸਿਧਾਂਤ, ਇੱਕ ਵਿਚਾਰ, ਇੱਕ ਸਿੱਖਿਆ, ਇੱਕ ਗੁਰੂ ਨੂੰ ਲੈ ਕੇ ਆਪਾਂ ਜਿਹੜਾ ਜੋ ਅਸਲ ਸਾਡਾ ਸਿਧਾਂਤ ਸੀ ਉਸ ਨੂੰ ਤਾਂ ਆਪਾਂ ਬਿਲਕੁਲ ਹੀ ਪਿੱਛੇ ਛੱਡ ਚੁੱਕੇ ਹਾਂ। ਤਾਂ ਉਸ ਪੱਖੋਂ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਕੈਂਪ ਨੇ ਅੱਜ ਕੱਲ੍ਹ ਖਾਸ ਸਫਲ ਹੋ ਸਕ ਰਹੇ ਨੇ। ਬਾਕੀ ਜਿਹੜੇ ਲਗਾਏ ਜਾਂਦੇ ਨੇ ਮੁਬਾਰਕ ਹੈ, ਲਗਾਏ ਵੀ ਜਾਣੇ ਚਾਹੀਦੇ ਨੇ, ਪਰ ਜਿੰਨੀ ਦੇਰ ਤੱਕ ਮਰਿਆਦਾ ਇੱਕ ਨਹੀਂ ਹੋਏਗੀ, ਕਨਫਿਊਜ਼ਨ ਦਾ ਫੈਲਾਉਣਾ ਬੰਦ ਨਹੀਂ ਹੋਏਗਾ, ਜਿੰਨੀ ਦੇਰ ਤੱਕ ਅਸੀਂ ਇੱਕ ਰਸਤਾ ਜਿਹੜਾ ਸਾਡੇ ਸਤਿਗੁਰੂ ਨੇ ਸਾਨੂੰ ਦਿੱਤਾ ਉਹ ਨਹੀਂ ਅਪਣਾਵਾਂਗੇ, ਜਿਹੜਾ ਆਪਾਂ ਛੱਡ ਚੁੱਕੇ ਹਾਂ, ਉਨੀ ਦੇਰ ਤੱਕ ਮੈਨੂੰ ਨਹੀਂ ਲੱਗਦਾ ਕਿ ਸਾਡੇ ਬੱਚਿਆਂ ਵਿੱਚ ਇਹਨਾਂ ਕੈਂਪਾਂ ਰਾਹੀਂ ਕੋਈ ਸਫਲਤਾ ਮਿਲੇਗੀ ਸਾਨੂੰ। ਜੀ ਬਿਲਕੁਲ। ਤੇ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਸਿੱਖੀ ਪ੍ਰਚਾਰ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਤੇ ਹੁਣ ਅਸੀਂ ਤੁਹਾਡੇ ਨਾਲ ਮੀਡੀਆ ਦੇ ਹਵਾਲੇ ਨਾਲ ਵੀ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ, ਜਿਵੇਂ ਤੁਸੀਂ ਪੰਜਾਬ ਰੇਡੀਓ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ ਹੋ, ਤੁਸੀਂ ਹੁਣ ਇਲੈਕਟ੍ਰਿਕ ਮੀਡੀਆ ਨਾਲ ਵੀ ਜੁੜ ਗਏ ਹੋ, ਤੁਹਾਨੂੰ ਟੈਲੀਵਿਜ਼ਨ 'ਚ ਕੰਮ ਕਰਕੇ ਕੈਸਾ ਮਹਿਸੂਸ ਹੁੰਦਾ ਹੈ, ਇਸ ਬਾਰੇ ਵੀ ਦੱਸੋ। ਟੈਲੀਵਿਜ਼ਨ ਦੇ ਵਿੱਚ ਔਰ ਰੇਡੀਓ ਦੇ ਵਿੱਚ ਦੋਨਾਂ ਦੇ ਵਿੱਚ ਰੀਤ ਕੌਰ ਜੀ ਇੰਟਾਇਰਲੀ ਡਿਫਰੈਂਟ ਹੈ ਜੀ। ਰੇਡੀਓ ਦੇ ਰਾਹੀਂ ਜਿਹੜਾ ਤੁਹਾਡੀ ਆਵਾਜ਼ ਜਾਰੀ ਹੁੰਦੀ ਹੈ, ਤੇ ਜਿਹੜਾ ਟੈਲੀਵਿਜ਼ਨ ਦੇ ਵਿੱਚ ਤੁਸੀਂ ਬੈਠੇ ਹੁੰਦੇ ਹੋ ਤੁਹਾਡੀ ਤਸਵੀਰ ਵੀ ਜਾਰੀ ਹੁੰਦੀ ਹੈ, ਤੁਹਾਡਾ ਮਤਲਬ ਜਿਸ ਤਰ੍ਹਾਂ ਵੀ ਹੈ ਤੁਹਾਡੇ ਹਾਵ ਭਾਵ ਵੀ ਨਾਲ ਐਕਸਪ੍ਰੈਸ ਹੋ ਰਹੇ ਹੁੰਦੇ ਨੇ। ਲੇਕਿਨ ਮੀਡੀਆ ਤੇ ਮੀਡੀਆ ਹੀ ਹੈ। ਸਾਡਾ ਜਿਹੜਾ ਸਿਧਾਂਤਕ ਪੱਖ ਹੈ ਉਹ ਤਾਂ ਇਹ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਗੱਲ ਪ੍ਰਚਾਰ ਦੀ ਹੋਵੇ। ਗੱਲ ਤਾਂ ਭਾਵੇਂ ਇੱਕੋ ਹੀ ਹੁੰਦੀ ਹੈ ਜਿਹੜੀ ਅਸੀਂ ਰੇਡੀਓ ਤੇ ਕਰਦੇ ਹਾਂ ਜਾਂ ਟੈਲੀਵਿਜ਼ਨ ਤੇ ਕਰਦੇ ਹਾਂ। ਤਾਂ ਮੇਰੇ ਜਿਹੜੇ ਅਕਸਰ ਪ੍ਰੋਗਰਾਮ ਹੁੰਦੇ ਨੇ ਨਾ
ਮਤਲਬ ਜਿਹੜਾ ਮੇਰਾ ਰੇਡੀਓ ਤੇ ਜਿਹੜਾ ਪ੍ਰੋਗਰਾਮ ਹੁੰਦਾ ਉਹ ਨਿਰੋਲ ਧਾਰਮਿਕ ਹੁੰਦਾ ਹੈ। ਮੈਂ ਇੱਥੇ ਹਰ ਰੋਜ਼ ਸਵੇਰੇ 7 ਤੋਂ 10 ਮੇਰਾ ਪ੍ਰੋਗਰਾਮ ਹੁੰਦਾ ਹੈ, ਕਿਉਂਕਿ ਹੁਣ ਇਸ ਵਕਤ ਇੱਕ ਨੈਣ ਦੀ ਧਰਤੀ ਉੱਪਰ ਅੰਮ੍ਰਿਤ ਵੇਲਾ ਚਾਹੀ ਰਾਤ ਤਕਰੀਬਨ 9:45 ਦਾ ਵਕਤ ਹੈ। ਲੇਕਿਨ 7 ਤੋਂ 10 ਮੇਰਾ ਪ੍ਰੋਗਰਾਮ ਸਟਾਰਟ ਹੁੰਦਾ। ਉਹ ਪਹਿਲਾਂ ਅਸੀਂ ਹੁਕਮਨਾਮਾ ਸਾਹਿਬ ਜਿਹੜਾ ਸਿੱਖ ਦਰਬਾਰ ਸਾਹਿਬ ਤੋਂ ਆਉਂਦਾ ਅੰਮ੍ਰਿਤਸਰ ਸਾਹਿਬ ਤੋਂ, ਉਹਦੀ ਅਸੀਂ ਅੰਤਰੀਵ ਭਾਵਨਾ ਨਾਲ, ਕਿਉਂਕਿ ਅੱਖਰੀ ਅਰਥ ਤਾਂ ਬਹੁਤ ਹੋਏ ਨੇ, ਪਰ ਅੰਤਰੀਵ ਭਾਵਨਾ ਨਾਲ ਉਹਦੇ ਵਿਚਾਰ ਕਰਦੇ ਹਾਂ। ਫਿਰ ਜਿਹੜੇ ਅੱਜ ਦੇ ਇਤਿਹਾਸਿਕ ਦਿਹਾੜੇ ਹੁੰਦੇ ਉਹਨਾਂ ਨੂੰ ਫਰੋਲਦੇ ਹਾਂ। ਫਿਰ ਅਸੀਂ ਰੇਡੀਓ ਰਾਹੀਂ ਧਾਰਮਿਕ ਸਮੱਸਿਆਵਾਂ ਦੇ ਖਤਾਂ ਦੇ ਜਵਾਬ ਵੀ ਦਿੰਦੇ ਹਾਂ, ਲੋਕਾਂ ਦੀਆਂ ਫਰਮਾਇਸ਼ਾਂ ਵੀ ਸਾਡੀਆਂ। ਤੇ ਜਿਹੜਾ ਇੱਕ ਮੇਰਾ ਪ੍ਰੋਗਰਾਮ ਹੁੰਦਾ ਬੁੱਧਵਾਰ ਵਾਲੇ ਦਿਨ, ਉਹ ਡਿਸਕਸ਼ਨ ਪ੍ਰੋਗਰਾਮ ਹੁੰਦਾ। ਲੇਕਿਨ ਜਿਹੜੇ ਟੈਲੀਵਿਜ਼ਨ ਤੇ ਮੇਰੇ ਪ੍ਰੋਗਰਾਮ ਹੁੰਦੇ ਨੇ ਉਹ ਸਾਰੇ ਦੇ ਸਾਰੇ ਡਿਸਕਸ਼ਨ ਪ੍ਰੋਗਰਾਮ ਹੀ ਹੁੰਦੇ ਨੇ, ਜਿਹਦੇ ਵਿੱਚ ਅਸੀਂ ਪੰਥਕ ਮਸਲਿਆਂ ਨੂੰ ਲੈ ਕੇ ਚੱਲਦੇ ਹਾਂ। ਪਰ ਤੁਹਾਡਾ ਪ੍ਰਸ਼ਨ ਇਹ ਸੀ ਕਿ ਫਰਕ ਕੀ ਮਹਿਸੂਸ ਕੀਤਾ ਹੁੰਦਾ। ਫਰਕ ਤਾਂ ਮਤਲਬ ਮੈਨੂੰ ਐਟਲੀਸਟ ਐਜ਼ ਏ ਮਤਲਬ ਜਦੋਂ ਮੈਂ ਪ੍ਰਚਾਰ ਦੇ ਨੁਕਤੇ ਨਿਗਾਹ ਨਾਲ ਬੈਠਦਾ ਤੇ ਕੋਈ ਖਾਸ ਫਰਕ ਜਿਹੜਾ ਉਸ ਤੋਂ ਮਹਿਸੂਸ ਨਹੀਂ ਹੁੰਦਾ। ਸਿਰਫ ਇੰਨਾ ਹੀ ਹੁੰਦਾ ਕਿ ਰੇਡੀਓ ਉੱਪਰ ਤੁਹਾਡੀ ਤਸਵੀਰ ਨਹੀਂ ਜਾਰੀ ਹੁੰਦੀ, ਟੈਲੀਵਿਜ਼ਨ ਉੱਪਰ ਤੁਹਾਡੀ ਤਸਵੀਰ ਜਾਰੀ ਹੁੰਦੀ ਹੈ, ਉੱਥੇ ਤੁਹਾਡੇ ਤਸੱਵਰ ਦੇ ਵੀ ਨਿਦਾਰ ਹੋ ਰਹੇ ਹੁੰਦੇ ਨੇ। ਟੈਲੀਵਿਜ਼ਨ ਰੇਡੀਓ ਉੱਪਰ ਸਿਰਫ ਆਵਾਜ਼ ਜਾਰੀ ਹੁੰਦੀ ਹੈ। ਇੰਨਾ ਕੀ ਫਰਕ ਹੈ, ਹੋਰ ਕੋਈ ਖਾਸ ਮੈਨੂੰ ਨਹੀਂ ਐਸਾ ਕੋਈ ਫਰਕ ਮਹਿਸੂਸ ਜੀ। ਤੇ ਡਾਕਟਰ ਸਾਹਿਬ ਇਹ ਵੀ ਦੱਸੋ ਕਿ ਪਿਛਲੇ ਦਿਨਾਂ 'ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਯੂਕੇ ਫੇਰੀ ਕਾਫੀ ਵਿਵਾਦਾਂ ਦੇ ਘੇਰੇ ਵਿੱਚ ਰਹੀ। ਇਸ ਬਾਰੇ ਸਾਡੇ ਦਰਸ਼ਕਾਂ ਨੂੰ ਥੋੜ੍ਹੀ ਜਾਣਕਾਰੀ ਦਿਓ। ਅਸਲ ਦੇ ਵਿੱਚ ਜਿਹੜੀ ਗੱਲ ਦਾ ਵਿਵਾਦ ਸੀ ਨਾ, ਉਹ ਵਿਵਾਦ ਪੈਣਾ ਹੀ ਪੈਣਾ ਸੀ ਜੀ। ਉਹ ਇਸ ਕਰਕੇ ਪੈਣਾ ਸੀ ਕਿਉਂਕਿ ਜਿਹੜੀ ਬਾਹਰ ਸਾਡੇ ਆ ਕੇ ਵਸੇ ਹੋਏ ਸਿੱਖ ਨੇ ਨਾ ਇਸ ਵਕਤ, ਇੱਕ ਤਾਂ ਬਾਹਰ ਇਹਨਾਂ ਮੁਲਕਾਂ ਦੇ ਵਿੱਚ ਸਾਨੂੰ ਪੂਰਨ ਆਜ਼ਾਦੀ ਹੈ ਜੀ। ਬਿਲਕੁਲ ਤੁਹਾਡੇ ਜਿਹੜੇ ਖਿਆਲ ਨੇ ਨਾ ਰੀਤ ਕੌਰ ਜੀ, ਉਹ ਉਸ ਵਕਤ ਪਨਪਦੇ ਨੇ ਜਿਸ ਵਕਤ ਤੁਹਾਨੂੰ ਪੂਰੀ ਤਰ੍ਹਾਂ ਦੇ ਨਾਲ ਤੁਹਾਡੇ ਖਿਆਲਾਂ ਨੂੰ ਵੀ ਆਜ਼ਾਦੀ ਦਿੱਤੀ ਜਾਵੇ, ਤੁਹਾਨੂੰ ਵੀ ਆਜ਼ਾਦੀ, ਤੁਹਾਡੇ ਜਿਸਮ ਨੂੰ ਵੀ ਆਜ਼ਾਦੀ ਹੋਵੇ। ਤਾਂ ਜਿੱਥੋਂ ਤੱਕ ਮੈਂ ਸਮਝਦਾ ਇਹਨਾਂ ਮੁਲਕਾਂ ਦੇ ਵਿੱਚ ਜਾਗ੍ਰਿਤੀ ਸਿੱਖ ਸੋਚ ਦੇ ਪ੍ਰਤੀ, ਸਿੱਖ ਸੋਚ ਜਿਹੜਾ ਵੀ ਰੱਖੇਗਾ ਉਹ ਆਜ਼ਾਦੀ ਦੀ ਗੱਲ ਜ਼ਰੂਰ ਕਰੇਗਾ। ਆਜ਼ਾਦੀ ਦੀ ਗੱਲ ਸਿੱਖ ਸੋਚ ਦੇ ਪ੍ਰਤੀ ਜਦੋਂ ਨਿਖਰ ਕੇ ਸਾਹਮਣੇ ਆਉਂਦੀ ਹੈ ਤਾਂ ਸਾਨੂੰ ਆਪਣਾ ਵਤਨ ਇੱਕ ਖਾਲਸਾ ਰਾਜ ਹੋਣਾ ਚਾਹੀਦਾ ਹੈ। ਖਾਲਸਾ ਰਾਜ ਦੀ ਕਾਇਮੀ ਜਿਹੜੀ ਹੈ ਉਹ ਸਾਡੇ ਲਈ ਬਹੁਤ ਜ਼ਰੂਰੀ ਹੈ। ਔਰ ਜ਼ਾਹਿਰ ਤੌਰ ਉੱਪਰ ਖਾਲਸਾ ਰਾਜ ਦੀ ਸੋਚ ਦੇ ਪ੍ਰਤੀ ਅੱਜ ਜਿੰਨੀ ਸਮਰਪਣਾ ਬਾਹਰ ਵਸਦੇ ਸਿੱਖਾਂ ਦੇ ਵਿੱਚ ਹੈ, ਉਨੀ ਹਿੰਦੁਸਤਾਨ ਦੇ ਵਿੱਚ ਨਹੀਂ। ਮੈਨੂੰ ਇਸ ਤਰ੍ਹਾਂ ਲੱਗਦਾ ਹੈ, ਮੈਂ ਇਸ ਗੱਲ ਦਾ ਐਨਾਲਿਸਿਸ ਕਰਕੇ ਤੁਹਾਨੂੰ ਦੱਸ ਸਕਦਾ ਕਿ ਜਿਹੜੇ ਜੀਕੇ ਸਾਹਿਬ ਇੱਥੇ ਆਏ, ਇਸ ਮੁਲਕ ਦੇ ਵਿੱਚ ਆਏ, ਉਹਨਾਂ ਦਾ ਮਕਸਦ ਸਿਰਫ ਤੇ ਸਿਰਫ ਪ੍ਰਕਾਸ਼ ਸਿੰਘ ਬਾਦਲ ਔਰ ਸੁਖਬੀਰ ਸਿੰਘ ਬਾਦਲ ਦੇ ਲਈ ਇੱਕ ਗਰਾਊਂਡ ਤਿਆਰ ਕਰਨੀ ਸੀ, ਕਿਉਂਕਿ ਬਾਹਰ ਵਸਦੇ ਸਿੱਖਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਔਰ ਪ੍ਰਕਾਸ਼ ਸਿੰਘ ਬਾਦਲ ਦੀ ਬਿਲਕੁਲ ਕੋਈ ਸਾਖ ਨਹੀਂ ਹੈ। ਜ਼ਾਹਿਰ ਤੌਰ ਉੱਪਰ ਉਹ ਬਾਹਰ ਇੱਕ ਕਿਸਮ ਦਾ ਖੁੱਲ੍ਹੇਆਮ ਔਰ ਸਰੇਆਮ ਵਿਚਰ ਵੀ ਨਹੀਂ ਸਕਦੇ। ਉਹਨਾਂ ਨੇ ਜੀਕੇ ਸਾਹਿਬ ਦਾ ਇਸਤੇਮਾਲ ਕਰਨਾ ਚਾਹਿਆ। ਉਹ ਕਿਉਂਕਿ ਨਵੇਂ ਪ੍ਰਧਾਨ ਬਣੇ ਨੇ, ਇਸ ਕਰਕੇ ਉਹਨਾਂ ਨੇ ਇੱਥੇ ਕੁਝ ਕੁ ਵਿਅਕਤੀਆਂ ਦੇ ਨਾਲ ਜ਼ਰੂਰ ਸਾਂਠ-ਗਾਂਠ ਕੀਤੀ। ਉਹਨਾਂ ਦੇ ਵਿੱਚੋਂ ਇੱਕ ਵਿਅਕਤੀ ਐਸਾ ਹੈ ਜਿਸ ਦੀ ਇਹ ਖੁਆਇਸ਼ ਹੈ ਕਿ ਉਹ ਕਿਸੇ ਨਾ ਕਿਸੇ ਤਰੀਕੇ ਬਾਦਲ ਸਾਹਿਬ ਦੇ ਨਾਲ ਸਾਂਠ-ਗਾਂਠ ਬਣਾਵੇ, ਔਰ ਅਮਰਜੀਤ ਸਿੰਘ ਸਾਹਿਬ ਉਸ ਬੰਦੇ ਨੂੰ ਜਾਣਦੇ ਵੀ ਨੇ। ਔਰ ਉਹਦਾ ਮਕਸਦ ਇਹ ਸੀਗਾ ਕਿ ਉਹਨਾਂ ਨੂੰ ਮੈਂ ਇੱਥੇ ਆ ਕੇ ਪਹਿਲਾਂ ਸਿਰੋਪਾ ਦਵਾ ਦੀਆਂ, ਉਹਨਾਂ ਦੀਆਂ ਮੈਂ ਇੱਥੇ ਉਹਨਾਂ ਨੂੰ ਵਿੱਚ ਕਿਸੇ ਤਰੀਕੇ ਨਾਲ ਸਿੱਖਾਂ ਦੇ ਵਿੱਚ ਉਹਨਾਂ ਦੀ ਗੱਲਬਾਤ ਬਣਵਾ ਦਿਆਂ ਤਾਂ ਕਿ ਮੇਰੇ ਨੰਬਰ ਵਧਣ, ਬਾਦਲ ਸਾਹਿਬ ਦੀ ਨਜ਼ਰਾਂ ਦੇ ਵਿੱਚ ਮੈਂ ਅੱਗੇ ਵਧਾਂ। ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਜੀਕੇ ਸਾਹਿਬ ਇੱਥੇ ਆਏ। ਔਰ ਇਹ ਇੱਕ ਸਾਜ਼ਿਸ਼ ਹੈ ਪੱਕੀ ਤਰ੍ਹਾਂ ਦੇ ਨਾਲ, ਕਿਉਂਕਿ ਉਹਨਾਂ ਦੇ ਨਾਲ ਜਿਹੜਾ ਵਫਦ ਆਇਆ ਹੈ, ਉਸ ਵਫਦ ਦੇ ਵਿੱਚ ਸਾਨੂੰ ਪਤਾ ਲੱਗਾ ਕਿ ਭਾਰਤ ਦੀਆਂ ਕੁਝ ਅਖਬਾਰਾਂ ਦੇ ਪੱਤਰਕਾਰ ਵੀ ਸ਼ਾਮਲ ਨੇ। ਇਹ ਸਾਰੇ ਦਾ ਸਾਰਾ ਇੱਕ ਤਾਣਾ ਬਾਣਾ ਬਣਿਆ ਹੀ ਤਾਂ ਗਿਆ ਕਿ ਉਹਨਾਂ ਦੇ ਲਈ ਇੱਕ ਗਰਾਊਂਡ ਤਿਆਰ ਕੀਤੀ ਜਾ ਸਕੇ। ਲੇਕਿਨ ਹੋਇਆ ਕੀ ਕਿ ਜਿਸ ਵਕਤ ਉਹਨਾਂ ਨੇ ਆਪਣੇ ਖਿਆਲ ਦਿੱਤੇ, ਜ਼ਾਹਿਰ ਤੌਰ ਉੱਪਰ ਹਰ ਸਿੱਖ ਨੂੰ ਆਪਣੇ ਖਿਆਲ ਦੇਣ ਦਾ ਹੱਕ ਹੈ, ਲੇਕਿਨ ਇਸ ਵਕਤ ਅੱਜ ਦਾ ਜਿਹੜਾ ਜਾਗਰੂਕ ਸਿੱਖ ਹੈ ਨਾ, ਉਹ ਇਸ ਗੱਲ ਨੂੰ ਸੁਣਨ ਦੇ ਲਈ ਤਿਆਰ ਨਹੀਂ ਹੈ ਕਿ ਜਿਸ ਰਾਸ਼ਟਰ ਦੇ ਵਿੱਚ ਅਸੀਂ ਰਹਿ ਰਹੇ ਹਾਂ, ਉਸੇ ਰਾਸ਼ਟਰ ਦੇ ਵਿੱਚ ਬਾਰ-ਬਾਰ ਸਾਡੇ ਧਰਮ ਪਰ ਹਮਲੇ ਹੁੰਦੇ ਨੇ, ਬਾਰ-ਬਾਰ ਸਾਡੇ ਇਸ਼ਟ ਉੱਪਰ ਹਮਲੇ ਹੁੰਦੇ ਨੇ, ਔਰ ਹਮਲੇ ਵੀ ਦੋਨਾਂ ਪੱਖਾਂ ਤੋਂ ਹੋ ਰਹੇ ਨੇ। ਜਿੱਥੇ ਇੱਕ ਪਾਸੇ ਸਾਡੇ ਤਖਤ ਸਾਹਿਬਾਨਾਂ ਨੂੰ ਤੋਪਾਂ ਦੇ ਨਾਲ ਉਡਾਇਆ ਜਾਂਦਾ ਹੈ, ਉੱਥੇ ਸਾਡੇ ਸਿੱਖੀ ਸਿਧਾਂਤ ਨੂੰ ਖਤਮ ਕਰਨ ਦੇ ਲਈ ਲਗਾਤਾਰ ਹਮਲੇ ਕੀਤੇ ਜਾ ਰਹੇ ਨੇ। ਹੁਣ ਭਾਰਤ ਦੀ ਸਰਕਾਰ ਜਾਂ ਸਿੱਖ ਵਿਰੋਧੀ ਸ਼ਕਤੀਆਂ ਨੇ ਇਹ ਪੱਕੇ ਤਰੀਕੇ ਨਾਲ ਦੇਖ ਲਿਆ ਹੈ ਕਿ ਜੇ ਸਿੱਖਾਂ ਨੂੰ ਮਾਰਨਾ ਹੈ ਤਾਂ ਇਹਨਾਂ ਦਾ ਸਿਧਾਂਤ ਖਤਮ ਕੀਤਾ ਜਾਵੇ। ਹੁਣ ਸਾਡਾ ਸਿਧਾਂਤ ਖਤਮ ਕਰਨ ਦੀ ਨੀਅਤ ਦੇ ਨਾਲ, ਨੁਕਤੇ ਨਿਗਾਹ ਦੇ ਨਾਲ ਜੋ ਸਾਡੇ ਉੱਪਰ ਹਮਲੇ ਹੁਣ ਜਿਸ ਤਰੀਕੇ ਨਾਲ ਕੀਤੇ ਜਾ ਰਹੇ ਨੇ, ਉਹ ਜਗ ਜ਼ਾਹਿਰ ਨੇ। ਹੁਣ ਉਹਨਾਂ ਹਮਲਿਆਂ ਦੇ ਮੱਦੇ-ਨਜ਼ਰ ਅਗਰ ਸਾਡੇ ਪਾਸ ਵਿਦੇਸ਼ਾਂ ਦੇ ਸਿੱਖ ਜਾਗਰੂਕ ਹੋਏ ਤਾਂ ਭਾਰਤ ਵਿੱਚ ਕੀਤੇ ਹੋਏ ਹਮਲਿਆਂ ਨੂੰ ਉਹ ਵੀ ਸਮਝਦੇ ਨੇ ਕਿ ਜਾਗਰੂਕ ਜਿਹੜੇ ਵਿਦੇਸ਼ਾਂ ਦੇ ਸਿੱਖ ਨੇ ਉਹੀ ਸਮਝ ਕੇ ਇਹਨਾਂ ਨੂੰ ਦਬਾ ਸਕਦੇ ਨੇ।
इस करके मेरी जांच एक साजिश के अधीन जीके साहब इत्थे आए ताकि किसी ना किसी तरीके नाल ग्राउंड तैयार की जा सके। इत्थे आके उन्होंने वैसे एक जरूरत भी की, उस जरूरत दे विच उन्होंने सीधा अपने आप नूं हिंदुस्तानी कहा, अपने आप नूं राष्ट्रवादी कहा और जिहड़ी सब तो वड्डी और संगीन गल उन्होंने की कि महापुरुष संत बाबा जरनैल सिंह खालसा पिंडरां का संबंध उन्होंने कांग्रेस नाल जोड़न की कोशिश की या यह कहने की कोशिश की कि वो कांग्रेस के प्रभाव अधीन किसी ना किसी आ गए सन या कांग्रेस ने उन्होंने घेर लिया सी। ये सारी गल्लां करते हुए उन्होंने साफ ही कह दिता कि पिंडरां वाले ने कभी भी खालसा राजनीति या खालसा की मांग की नहीं। जिहड़ा कि सरदार अमरजीत सिंह होना ने डॉक्टर साहब ने ਤੁਹਾਡੇ ਟੈਲੀਵਿਜ਼ਨ ਚੈਨਲ ਉੱਪਰ ਜਿਹੜੀ ਮੇਰੇ ਖਿਆਲ 2-3 ਦਿਨ ਪਹਿਲਾਂ ਉਹਨਾਂ ਦੀ ਇੰਟਰਵਿਊ ਤੁਸੀਂ ਕੀਤੀ ਸੀ ਉਹਦੇ ਵਿੱਚ ਉਹਨਾਂ ਨੇ ਬੜਾ ਕਲੀਅਰ ਕਰ ਦਿੱਤਾ ਔਰ ਬੜੀਆਂ ਉਹਦੇ ਵਿੱਚ ਜਿਹੜੀਆਂ ਬਾਅਦ ਦੀਆਂ ਗੱਲਾਂ ਨੇ ਉਹ ਚੰਗੇ ਤਰੀਕੇ ਨਾਲ ਕਰ ਦਿੱਤੀਆਂ। ਲੇਕਿਨ ਆ ਜਿਹੜੀ ਬੇਸਿਕ ਗੱਲ ਸੀ ਨਾ ਆ ਜੋ ਕਿ ਸਾਜ਼ਿਸ਼ ਦੇ ਅਧੀਨ ਆਏ ਕਿਵੇਂ ਆਏ ਉਹ ਮੈਂ ਕਲੀਅਰ ਹੁਣ ਇਸ ਵਕਤ ਕਰ ਰਹੇ ਹਾਂ ਆਪ ਦੇ ਚੈਨਲ ਦੇ ਮਾਧਿਅਮ ਦੇ ਰਾਹੀਂ ਔਰ ਕਾਰਨ ਸਿਰਫ ਇੰਨਾ ਹੀ ਸੀਗਾ ਕਿ ਸਿੱਖਾਂ ਦੇ ਵਿੱਚ ਫੇਰ ਕਨਫਿਊਜ਼ਨ ਫੈਲਾਓ, ਕਿਸੇ ਨਾ ਕਿਸੇ ਤਰੀਕੇ ਸਿੱਖਾਂ ਨੂੰ ਟੋ ਸਿੱਖ ਬਾਹਰ ਵਾਲਾ ਜਾਗਰੂਕ ਸਿੱਖ ਕਿਤੇ ਖੜਾ ਕਿ ਵਾਕਈ ਹੀ ਉਹ ਸਾਡੇ ਨਾਲ ਸਹਿਮਤ ਹੋ ਜਾਏਗਾ ਕਿ ਵਾਕਈ ਅਸੀਂ ਚੀਜ਼ਾਂ ਦੀਆਂ ਗੱਲਾਂ ਕਰਾਂਗੇ। ਔਰ ਫਿਰ ਡਾਕਟਰ ਸਾਹਿਬ ਨੇ ਬੜਾ ਕਲੀਅਰ ਕੀਤਾ ਕਿ ਜਿਵੇਂ ਉਹ ਕਹਿੰਦਾ ਕਿ ਮੇਰੇ ਤੋਂ ਬਾਅਦ ਪਿੰਡਾਂ ਵਾਲਿਆਂ ਨੂੰ ਕੋਈ ਜਾਣਦਾ ਹੀ ਨਹੀਂ ਹੈ, ਜਦ ਕਿ ਉਹਦੀ ਉਮਰ ਵੈਸੇ ਤਾਂ 50-52-53 ਸਾਲ ਦਾ ਹੀ ਹੈ क्योंकि मैं असी एक किस्म के हाणी है, मैं भी मेरा बेस भी दिल्ली तो है और मेरी एज इस वक्त 54 है और मैनू ये पता है कि वो एक अद्धा साल मेरे तो छोटा है या मेरे ही हाण का हाणी है। और ठीक है असी भी मतलब मैं भी उत्थे खालसा कॉलेज के 2 बारी प्रेसिडेंट है महापुरखों के नाल ठीक है नेड़ता साडी भी सी, लेकिन मैं कभी भी इन्हां नूं महापुरखों की नेड़ता कभी नहीं देखा। हाँ इन्हां दे फादर जरूर 1-2 बारी जांदे सन जी, लेकिन उसका मतलब ये नहीं है कि इस गल की खुल लै लवे कि एक किस्म का सरेआम झूठ बोले या तो उसकी स्टडी नहीं है या फिर उन्होंने इस पक्षों ट्रेन करके भेजा गया कि किसी तरीके सिखां दे विच कन्फ्यूजन फैलावे। हुण ज़ाहिर तौर पर उन्हां दी ही टेपां दे विच डॉक्टर साहब ने भी क्लीयर किया कि अनेका बारी उन्होंने कहा सीगा कि असीं ठीक है भावें मंगदे नहीं है पर जे सानूं देणगे तो असीं लै लवांगे। दूसरा उन्होंने एक साफ किया ना इत्थे जग जाहिर है कि जिस वक्त भारतीय फौजां अगर हरमंदर साहब की पवित्र दहलीज में अपने नापाक कदम रख दिया ने तो जाहिर तौर पर उस दिन नहीं रखी जाएगी। इस बाबत बलवीर सिंह जी भरपूर उन्होंने एक पुस्तक भी लिखी है कि नहीं रखी गई। तो जग जाहिर है कि जिस चीज़ की नहीं रखी जा चुकी है उसनूं ये कहना कि उस एक शख्सियत वालों ये गल मंगी नहीं गई या ऐसा उन्होंने वालों कहा ही नहीं गया, ये तो सरासर एक किस्म का। लेकिन अफसोस इस गल की लगती है कि जागरूक सिखां का जो उन्होंने सामना होया तो जाहिर तौर पर वो इस तरीके कोई पक्के जवाब न दे सके। और मैं जितों तक समझदा कि उन्होंने इंग्लैंड फेरी जिस मकसद को लैके आए सन वो मकसद फेल हो गया। जागरूक सिखां ने उन्होंने इस मकसद को सफल नहीं होने दिता। अगर किते रब ना करदा खुदा न खास्ता उन्होंने ये जिहड़ा जतन है सफल हो जाता तो बादल साहब की नीति ये सी कि जिस तरीके बादल साहब पहला अमृतसर के विच पंजाब के विच और हुण दिल्ली के विच काबिज हो गए ने, मकसद उन्होंने ये सीगा कि अगले कदम अगले जिहड़े पड़ाव ने अगले जिहड़े उन्होंने पैर ने वो इत्थों दी धरतियों उपर पैणे ही पैणे सन। लेकिन हुण उन्होंने जो देख लिया मैनू अमेरिका तो भी फोन आए कनेडा तो भी फोन आए उन्होंने भी यही किया। उस तो बाद फिर जीके साहब किसी गुरुद्वारा साहिबान दे विच विचर नहीं सके जा नहीं सके। एक जागरूकता की निशानी है जिहड़ा कि खुशी का प्रतीक भी है और मेरी जाचे एक खुशी का पैगाम भी है कि सिख घट्टो घट इत्थों दे बाहर वसते सिख घट्टो घट अपने विरसे नूं समझ चुके ने, अपनी विरासत नूं समझ चुके ने, अपने धर्म नूं समझ चुके ने। इस करके घट्टो घट बाहर जरूर अपने सिद्धांतक पक्षों असीं अपनी गल करन दे इस वक्त योग हो चुके हैं, काबिल हो चुके हैं। इसका मतलब है कि ये गल हुण बिल्कुल उक्का नहीं होएगी, ना ही ये गल रही है कि कोई भी आएगा और तुहाडे उपर किसी भी गल नूं थोप के चला जाएगा। हुण ये गल नहीं होएगी जी। ਤੇ ਡਾਕਟਰ ਸਾਹਿਬ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਿੱਖ ਸੰਗਤਾਂ ਦੇ ਰੂਬਰੂ ਹੋਏ ਹੋ। ਸਾਡੇ ਕੋਲ ਤੁਹਾਡੇ ਸਵਾਲ ਤਾਂ ਕਾਫੀ ਸਾਰੇ ਨੇ ਪਰ ਅਸੀਂ ਤੁਹਾਨੂੰ ਫਿਰ ਤੋਂ ਸਿੱਖ ਸੰਗਤਾਂ ਦੇ ਰੂਬਰੂ ਕਰਾਵਾਂਗੇ, ਇਹਨਾਂ ਸਵਾਲਾਂ ਦੇ ਜਵਾਬ ਵੀ ਲਵਾਂਗੇ। ਪਰ ਤਦ ਤੱਕ ਲਈ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹੈ ਡਾਕਟਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ व्यूअर्स, इत्थे मैं तुहाडे कोल इजाजत लैनी है। कल मिलांगे सेम टाइम सेम शो ते, तब तक लिए वाहिगुरू जी का खालसा वाहिगुरू जी की फतेह।